ਸੋ ਦੇਖਣਾ ਹੈ ਕਈ ਕਸ਼ਟਾਂ ਕਥਾ ਕਹੋ ਸਤਸੰਗ ਦਾ ਇਹ ਕਾਕੇ ਨੇ ਕੀਤੀਆਂ। ਇਹਦੀ ਉਦਾਰਤਾ ਰਹਿਮਤ ਹੈ ਤੇ ਆਪਣਾ ਜਿਹੜਾ ਲਕਸ਼ ਹੈ ਜਿਹਨੂੰ ਵਿਹਾਰਕ ਦ੍ਰਿਸ਼ਟੀ ਸੇ ਲੱਖ ਮੁੱਖ ਪ੍ਰਯੋਜਨ, ਸਾਡਾ ਮੁੱਖ ਪ੍ਰਯੋਜਨ ਵੇਦਾਂਤ। ਅਸੀਂ ਕਹਾਂਗੇ ਵੇਦਾਂਤ ਤਾਂ ਅਸੀਂ ਕਹੀ ਜਾਂਦੇ ਤੇ ਵੇਦਾਂਤ ਕੋਈ ਕਿਤਾਬ ਹੈ ਜਿਵੇਂ ਕੁਰਾਨ, ਬਾਈਬਲ, ਅੰਜੀਲ, ਤਰੂਦ ਇਤਿਆਦਿਕ। ਇਹ ਲੋਕਾਂ ਨੇ ਆਖਿਆ ਹੋਇਆ ਵੀ ਇਹ ਕਿਤਾਬਾਂ ਮੁਸਲਮਾਨ ਭਾਈਚਾਰੇ ਨੇ ਵੀ ਇਹਨਾਂ ਨੂੰ ਚਾਰ ਕਿਤਾਬਾਂ ਕਹਿਤਾ। ਤਾਂ ਉਹ ਕਹਿਣੇ ਤੋਂ ਹੈ ਵੀ ਵੇਦਾਂਤ ਇਹ ਜਿੰਨੇ ਵੀ ਗ੍ਰੰਥ ਹੈ, ਜਿਵੇਂ ਹੁਣ ਈਸਵੀ ਸੰਮਤ 20 ਸਦੀਆਂ ਬੀਤ ਕੇ 22 ਚੱਲ ਰਹੇ ਵਰੇ, ਨਾਨਕਸ਼ਾਹੀ ਸੰਮਤ ਚੱਲ ਰਿਹਾ। ਗੁਰੂ ਗ੍ਰੰਥ ਸਾਹਿਬ ਦਾ ਕਦੋਂ ਸੰਪਾਦਨਾ ਹੋਈ, ਕਦੋਂ ਪ੍ਰਕਾਸ਼ ਹੋਇਆ ਹਰਿਮੰਦਰ 'ਚ, ਇਹ ਸਾਰਿਆਂ ਦੀਆਂ ਸਾਨੂੰ ਲਿਖਤਾਂ ਮਿਲਦੀਆਂ। ਇਹ ਜਿਹੜੀ ਸ਼ੁਰੂਆਤ ਕਿਸੇ ਵੀ ਗ੍ਰੰਥ ਦੀ, ਕਿਸੇ ਪੰਥ ਦੀ, ਇਹ ਸਾਰਿਆਂ ਦੀ ਸਾਨੂੰ ਸ਼ੁਰੂਆਤ ਲਿਖਤਾਂ 'ਚੋਂ ਮਿਲਦੀ ਆ। ਜਿਹੜਾ ਵੇਦ ਹੈ, ਵੇਦ ਦੀ ਕਿਤੋਂ ਨਹੀਂ ਮਿਲਦੀ ਕਿ ਵੇਦ ਕਦੋਂ ਬਣਿਆ। ਵੇਦ ਅਨਾਦਿ ਹੈ। ਇਸ ਤੋਂ ਇਤਰ ਜਿਤਨੇ ਗ੍ਰੰਥ ਹੈ ਇਹ ਸਭ ਆਦਿ ਹੈ। ਤਾਂ ਅਸੀਂ ਇਸ ਚੀਜ਼ ਨੂੰ ਵੇਖਣਾ ਕਿ ਜਿਹੜੀ ਆਦਿ ਚੀਜ਼ ਹੈ ਉਹਦਾ ਅੰਤ ਹੋਏਗਾ। ਜਿਹੜੀ ਅਨਾਦਿ ਵਸਤੂ ਹੈ ਉਹ ਹੀ ਅਨੰਤ ਖਵਾ ਸਕਦੀ ਹੈ, ਬਾਕੀ ਸਾਰੀਆਂ ਅੰਤ ਵਾਲੀਆਂ। ਤਾਂ ਮਹਿਮਾ ਲਈ ਕੋਈ ਵੀ ਕੁਛ ਆਖੀ ਜਾਵੇ, ਇਸ ਲਈ ਸਾਰੇ ਗ੍ਰੰਥਾਂ ਦਾ, ਸਾਰਿਆਂ ਪੰਥਾਂ ਦਾ, ਸਾਰਿਆਂ ਮਾਨਵਾਂ ਦਾ ਔਰ ਅਸੀਂ ਹਿਰਦੇ ਚੋਂ ਸਤਿਕਾਰ ਕਰਦੇ ਹਾਂ। ਸਾਰੇ ਆਦਰਨੀय ਹੈ ਔਰ ਆਦਰ ਕਰਨੇ ਯੋਗ ਹੈ। ਪਰ ਦੂਜੇ ਪਾਸੇ ਅਸੀਂ ਇਸ ਚੀਜ਼ ਨੂੰ ਵੀ ਨਾਲ ਵੇਖਣਾ ਹੈ ਕਿ ਸ਼ਾਸਤਰ ਤੇ ਵੇਦਾਂਤ ਇਹ ਕਿਸ ਨੂੰ ਕਹਿੰਦੇ ਆ। ਜਿਵੇਂ ਸਰੀਰ ਕੋਈ ਆ, ਭਾਵੇਂ ਉਸੇ ਨੂੰ ਬਾਪੂ ਵੀ, ਦਾਦਾ ਵੀ, ਬੇਟਾ ਵੀ ਖਵਾਇਆ। ਇਸੇ ਤਰ੍ਹਾਂ ਜਿਹੜੀਆਂ ਲਿਖਤਾਂ ਹਨ ਉਹ ਲਿਖਤਾਂ ਨੂੰ ਅਸੀਂ ਵੇਖਣਾ ਹੈ ਕਿ ਇਹਨਾਂ ਦੀ ਪਹੁੰਚ ਕੀ ਹੈ। ਤਾਂ ਗੁਰੂਆਂ ਨੇ, ਸੰਤਾਂ ਨੇ ਇਹ ਆਪਣੇ ਆਪਣੇ ਗ੍ਰੰਥ ਜਨਤਾ ਨੂੰ ਸੇਧ ਦੇਣ ਵਾਸਤੇ ਉਹ ਰਚੇ।
ਦੁਨੀਆ ਨਿਆਰੀ ਨਿਆਰੀ ਟੁੱਟੀ ਹੋਈ ਹੈ, ਮਨੁੱਖ ਨਾਲੋਂ ਮਨੁੱਖ ਟੁੱਟਿਆ ਹੋਇਆ। ਕਿਉਂ ਟੁੱਟਿਆ ਹੋਇਆ? ਇਹਦੇ ਉੱਤੇ ਜਾਤੀ ਭੇਦ ਆਰੋਪਿਤ ਕੀਤੇ ਗਏ। ਜੈਸੇ ਗੁਨਾਹਗਾਰ ਦੇ ਉੱਤੇ ਉਹਦੇ ਗੁਨਾਹ ਆਰੋਪਿਤ ਕੀਤੇ ਜਾਂਦੇ, ਐਸੇ ਤਰ੍ਹਾਂ ਹੀ ਇਹਨਾਂ ਸਰੀਰਾਂ ਦੇ ਉੱਤੇ ਜਾਤੀ ਆਰੋਪਿਤ ਕੀਤੀ ਗਈ। ਤਾਂ ਜੈਸੇ ਜਾਤੀ ਉੱਤੇ ਆਰੋਪਿਤ ਕਰ ਲਈ, ਉਸਾ ਇਹਦੇ ਹਿਰਦੇ 'ਚ ਇਹਨੂੰ ਅਭਿਮਾਨ ਜਾਗਣ ਲੱਗ ਗਿਆ। ਕਿਵੇਂ ਜਾਗਣ ਲੱਗ ਗਿਆ? ਕੁਛ ਪਰੰਪਰਾ ਰੂਪ ਸੇ ਵੀ ਇਸਤਰੀ ਜਾਤੀ ਹੈ ਜਿਹੜੀ, ਇਹ ਤਾਂ ਬੰਦੇ ਦੀ ਗੁਲਾਮ ਹੈ। ਇਹ ਇਹਦੇ ਤੇ ਆਰੋਪਿਤ ਪਰੰਪਰਾ ਸੇ ਕੀਤੇ ਤੇ ਉਹਦੇ ਹਿਰਦੇ ਦੇ ਵਿੱਚ ਵੀ ਹੀਨ ਭਾਵਨਾ ਆ ਕੇ ਬਹਿਗੀ। ਕਿਉਂ ਬਹਿਗੀ? ਕਿ ਉਹਦੇ ਆਰੋਪ ਵੀ ਮੈਂ ਤਾਂ ਇਹ ਗੁਲਾਮ ਹੈ, ਦਾਸੀ ਹੈ। ਤਾਂ ਲੋਕਾਂ ਨੇ ਵੀ ਇਹਦਾ ਵਿਚਾਰ ਨਾ ਕਰਨੇ ਸੇ ਆਖੇ ਇਸਤਰੀ ਜਾਤ ਚੇਰੀ ਕੀ ਨਿਆਈ, ਸੋਭਾ ਨਾਹੀਂ ਬਿਨ ਪਰਤਾਰੇ। ਇਹਦੇ ਤੇ ਮੱਲੋ ਮੱਲੀ ਇਸਤਰੀ ਜਾਤੀ ਤੇ ਮੜਤਾ ਵੀ ਇਹਨੂੰ ਪਤੀ ਦੇ ਨਾਲ ਰਹਿਣਾ ਪਊਗਾ। ਇਤਨੀਆਂ ਔਰਤ ਜਾਤੀ ਜਿਹੜੀਆਂ ਪਤੀ ਤੋਂ ਬਿਨਾਂ ਵੀ ਆਪਣਾ ਜੀਵਨ ਬਤੀਤ ਕਰ ਲਿਆ। ਕਹਿਣੇ ਤੋਂ ਵੀ ਇਹ ਆਰੋਪਿਤ ਕੀਤੀਆਂ ਜਿੰਨੀਆਂ ਚੀਜ਼ਾਂ, ਜਾਤੀ, ਗੋਤ, ਕੁਲ, ਵਰਨ, ਆਸ਼ਰਮ, ਜਿਹੜਾ ਇਹਨਾਂ ਕੁੰਡਲਾਂ ਦੇ ਵਿੱਚ, ਚੱਕਰਾਂ ਦੇ ਵਿੱਚ ਬੈਠਾ, ਉਹਦੇ ਲਈ ਅੱਗੇ ਬਹੁਤ ਰਸਤਾ ਦੂਰ ਹੈ। ਭਾਵੇਂ ਕੁਛ ਆਪਣੇ ਅਭਿਮਾਨ ਚ ਲਈ ਬੈਠਾ। ਪਹਿਲੀ ਬਾਤ ਇਹ ਹੈ ਵੀ ਮਨੁੱਖ ਹੈ ਜਿਹੜਾ, ਇਹ ਜਨਮ ਤੋਂ ਲੈ ਕੇ ਮਰਨ ਪਰਤ ਮਨੁੱਖ ਹੀ ਬਣਿਆ ਰਵੇ। ਜੈਸੇ ਬਾਬੂ ਲੋਕ ਭਰਤੀ ਹੁੰਦੇ, ਉਹ ਬਾਬੂ ਕਲਰਕ ਤੋਂ ਸ਼ੁਰੂ ਹੋ ਕੇ ਵੱਧਦੇ ਵੱਧਦੇ ਇਹ ਕਲਾਸ ਦੇ ਅਫਸਰ ਤਾਈਂ ਪਹੁੰਚਦੇ ਆ। ਅਸੀਂ ਇਹ ਵੇਖਣਾ ਹੈ, ਸਿਪਾਹੀ ਭਰਤੀ ਹੋਇਆ, ਆਪਣੇ ਅਭਿਆਸ ਬਲ ਦੁਆਰਾ, ਕਿਰਿਆ ਦੁਆਰਾ ਵੱਧਦਾ ਵੱਧਦਾ ਉਹ ਅਫਸਰ ਪਦ ਤਾਈਂ ਗਿਆ। ਤੇ ਜਿਸ ਨੂੰ ਮਨੁੱਖਾ ਨੇ ਇਹਨੇ ਕਿੱਥੋਂ ਤੀਕ ਜਾਣਾ ਭਲਾ? ਕਿ ਇਹ ਮਨੁੱਖੀ ਜੰਮਿਆ ਤੇ ਮਨੁੱਖੀ ਰਹਿ ਰਿਹਾ ਕਿ ਅੰਤ ਨੂੰ ਮਨੁੱਖੀ ਮਰ ਜਾਏਗਾ। ਜਦੋਂ ਬਾਕੀ ਮਨੁੱਖ ਕਿਸੇ ਦੇ ਸੰਪਰਕ ਚ ਆਉਂਦੇ ਆ ਤਾਂ ਉਹ ਵੱਧਦੇ 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 ਕਿਸੇ ਪਦ ਤੇ ਜਾ ਪਹੁੰਚਦੇ, A ਕਲਾਸ ਦੇ, B ਕਲਾਸ ਦੇ ਅਫਸਰ ਬਣ ਜਾਂਦੇ। ਤੇ ਇਹ ਜਨਮ ਤੋਂ ਲੈ ਕੇ ਮੈਂ ਬੰਦਾ ਹਾਂ ਜੀ ਤੇ ਮਰਨ ਤਾਂ ਇੱਕ ਬੰਦਾ ਹੀ ਰਹਿੰਦਾ। ਇਹਨੇ ਸੋਚਿਆ ਹੀ ਨਹੀਂ ਕਦੇ ਵੀ ਮੈਂ ਵੀ ਆਪਣੇ ਇਸ ਸਰੀਰ ਦੀ ਕੋਠੜੀ 'ਚ ਬੈਠਾ, ਉਹ ਦਫ਼ਤਰਾਂ 'ਚ ਬੈਠੇ ਕਿਸ ਪਦ ਨੂੰ ਪਏ ਗਏ। ਤਾਂ ਉਹ ਜਿਹੜਾ ਬਾਬੂ ਸੀ ਉਹ ਹੈਡ ਕਲਰਕ ਬਣਿਆ। ਇਤਿਹਾਦਕ ਇਹਨਾਂ ਦੇ ਮਹਿਕਮੇ ਹੈ, ਉਹਦੀ ਸੀਟ ਵੀ ਬਦਲ ਗਈ, ਬੈਠਣ ਦਾ ਅਸਥਾਨ ਵੀ ਬਦਲ ਗਿਆ।
ਕਿਉਂ? ਉਹਦਾ ਪਲ ਬਦਲ ਗਿਆ। ਤੇ ਜਿਹੜਾ ਮਨੁੱਖ ਹੈ ਇਹ ਹੱਡ ਮਾਸ ਦੇ ਚਮੜੇ ਦੇ ਅੰਦਰ ਹੀ ਬੈਠਾ ਹੈ। ਹੱਡ ਮਾਸ ਨੂੰ ਮੈਂ ਹਾਂ, ਮੈਂ ਹਾਂ, ਮੈਂ ਹਾਂ, ਤੇ ਇਸੇ ਤੇ ਹੀ ਚਿਪਟਿਆ ਹੋਇਆ, ਅੰਤ ਨੂੰ ਇਸੇ ਤੇ ਬੈਠਾ ਹੀ ਮਰ ਜਾਂਦਾ। ਤਾਂ ਇਹਨੇ ਕਦੇ ਸੋਚਿਆ ਹੀ ਨਹੀਂ, ਜਦੋਂ ਵਿਹਾਰਕ ਦ੍ਰਿਸ਼ਟੀ ਦੇ ਵਿੱਚ ਵੀ ਸਾਰਿਆਂ ਦੀ ਪ੍ਰਗਤੀ ਉੱਪਰ ਜਾ ਰਹੀ ਹੈ, ਤੇ ਮੈਂ ਵੀ ਕੁਛ ਬਦਲਾਅ ਚ ਆ ਸਕਦਾ। ਇਹਦੇ ਬਦਲਾਅ ਲਈ ਇਹਦੀ ਪਰੰਪਰਾ ਥੋੜੀ ਜਿਹੀ ਇਹਨੂੰ ਯਾਦ ਕਰਾਈ। ਇਹ ਪਹਿਲਾਂ ਪਸ਼ੂ ਸੀ। ਇਹ ਪਸ਼ੂ ਤੋਂ ਬਦਲਾਅ ਲੈ ਕੇ ਆਪਣੇ ਵਿਗਿਆਨ ਨਾਲ ਨਹੀਂ ਬਦਲ ਸਕਿਆ, ਇਹਨੂੰ ਪ੍ਰਕਿਰਤੀ ਦੇ ਪ੍ਰਕਿਰਿਆ ਅਨੁਸਾਰ ਬਦਲਿਆ। ਤੇ ਆਪਣੇ ਵਿਗਿਆਨ ਸਾਰੇ ਹੱਡ ਮਾਸ ਦੇ ਸਰੀਰ ਤੇ ਬਦਲਾਓ। ਕਿਸੇ ਨੇ ਤਾਂ ਫੁੱਟ ਡੂਢ ਫੁੱਟ ਦੀ ਦਾੜੀ ਰੱਖ ਲਈ, ਤੇ ਕਿਸੇ ਨੇ ਰੱਖੀ ਹੋਈ ਮਨਾਤੀ। ਇਹ ਆਪਣੇ ਚ ਬਦਲਾਓ ਚਾਹੁੰਦਾ ਹੈ। ਤਾਂ ਇਹ ਬਦਲਾਓ ਕੀ ਚਾਹੁੰਦਾ? ਕਿ ਜਿਹਦੇ ਤੇ ਬੈਠਾ ਹੈ ਇਸ ਥਾਂ ਨੂੰ ਨਹੀਂ ਛੱਡਣਾ ਚਾਹੁੰਦਾ, ਇਸੇ ਦੇ ਉੱਤੇ ਪਰਿਵਰਤਨ ਕਰਦਾ ਹੈ। ਕਿਸੇ ਨੇ ਨਾਮਦਾਨ ਪਾ ਲਿਆ, ਕਿਸੇ ਸਾਧੂ ਸੰਤ ਦੀ ਫੋਟੋ ਲਮਕਾ ਲਈ, ਕਿਸੇ ਨੇ ਗੁਰੂਆਂ ਦੀਆਂ ਫੋਟੋਆਂ ਲਮਕਾ ਲਈਆਂ, ਕਿਸੇ ਨੇ ਚੇਨ ਵਰਨ ਪਾ ਲਏ, ਗਾਤਰਾ ਜਿਵੇਂ ਹੈ, ਕਸ਼ਹਿਰਾ ਜਿਵੇਂ ਹੈ, ਚਲੋ ਪਾ ਲੇ, ਤੁਸੀਂ ਸੁਤੰਤਰ ਹੈ, ਪਾਓ। ਪਰ ਅਸੀਂ ਇਸ ਚੀਜ਼ ਨੂੰ ਵੇਖਣਾ, ਜਿਨ੍ਹਾਂ ਨੂੰ ਗੁਰੂਆਂ ਨੇ ਪਵਾਏ ਸੀ ਉਹਨਾਂ ਦਾ ਕੋਈ ਨੇਮ ਨਿਯਮ ਸੀ। ਜਿਵੇਂ ਫੌਜੀ ਭਰਤੀ ਕੀਤੇ ਐ, ਕਦੇ ਫੌਜੀ ਸੈਨਿਕ ਲੰਘਦੇ ਵੇਖੋ, ਉਹ ਮਰਿਆਦਾ ਚ ਲੰਘਦੇ ਆ, ਇੱਕ ਦੂਜੇ ਦੇ ਪਿੱਛੇ 2-4 ਫੁੱਟ ਦੀ ਦੂਰੀ ਤੇ ਜਾਂਦੇ ਆ, ਉਸੇ ਤਰ੍ਹਾਂ ਹੀ ਗਮਨ ਕਰਦੇ ਆ ਕਿ ਗੁਰੂਆਂ ਨੇ ਜੋ ਮਰਿਆਦਾ ਦੱਸੀ ਉਹਦੀ ਲੰਘਣਾ ਨਹੀਂ ਕਰਦੇ। ਜੈਸੇ ਸੈਨਿਕ ਲੋਕ ਹੈ, ਇਹ ਆਪਣੇ ਹੁਕਮਰਾਨਾਂ ਦੇ ਹੁਕਮ ਦੀ ਉਲੰਘਣਾ ਨਹੀਂ ਕਰਦੇ, ਆਪਣੇ ਮਾਨ ਮਰਿਆਦਾ ਅਨੁਸਾਰ ਆਪਣੀਆਂ ਲਾਈਨਾਂ 'ਚ ਜਾ ਰਹੇ ਆ। ਇਸੇ ਤਰ੍ਹਾਂ ਗੁਰੂ ਜੀ ਨੇ ਜਿਹੜੇ ਸੈਨਿਕ ਤਿਆਰ ਕੀਤੇ ਸੀ, ਉਹ ਆਪਣੀ ਮਾਨ ਮਰਿਆਦਾ ਅਨੁਸਾਰ ਨਿਯਮ 'ਚ ਚੱਲਦੇ ਸੀ। ਤੇ ਜਿਹੜੇ ਬਿਨਾਂ ਭਰਤੀ ਹੋਏ ਤੋਂ, ਬਿਨਾਂ ਟੈਸਟ ਦਿੱਤੇ ਹੋਏ ਤੋਂ ਸੈਨਿਕ ਬਣੇ ਆ, ਇਹ ਮਨਮਰਜ਼ੀ ਨਾਲ ਚੱਲਦੇ, ਇਹਨਾਂ ਦੀ ਮਰਿਆਦਾ ਕੋਈ ਨਹੀਂ ਗੀ। ਜਿਸ ਮਰਿਆਦਾ ਨਾ ਹੋਣ ਕਰਕੇ ਇਹ ਲੋਕਾਂ ਨੂੰ ਵੀ ਕਸ਼ਟ 'ਚ ਪਾਉਂਦੇ ਤੇ ਆਪ ਵੀ ਕਸ਼ਟ ਸਹਾਰਦੇ ਆ। ਕਿਉਂ? ਇਹ ਮਰਿਆਦਾ ਨੇ। ਗੁਰੂ ਜੀ ਨੇ ਸੈਨਿਕ ਤਿਆਰ ਕੀਤੇ ਸੀ, ਉਹਨਾਂ ਤੇ ਨੇਮ ਨਿਯਮ ਵੀ ਬਣਾਇਆ ਸੀ। ਤੇ ਜਿਹੜੇ ਆਪਣੇ ਆਪ ਸੈਨਿਕ ਬਣਿਆ, ਗੁਰੂ ਨੇ ਨਹੀਂ ਬਣਾਏ, ਉਹਨਾਂ ਦੇ ਨੇਮ ਨਿਯਮ ਕੋਈ ਨਹੀਂ ਗੇ। ਵੇਸ਼ ਭੂਸ਼ਾ ਸਾਰੀ ਸੈਨਿਕਾਂ ਵਾਲੀ ਹੈ। ਦੂਜੇ ਪਾਸੇ ਅਸੀਂ ਇਹ ਲੈਣਾ ਕਿ ਜਿਹੜੇ ਲੋਕ ਕੁਝ ਜਾਣਦੇ ਨਹੀਂ, ਉਹ ਸੈਨਿਕਾਂ ਨੂੰ ਸੰਤ ਆਦੇ ਵੀ ਇਹ ਵਿਚਾਰੋ ਸੰਤ ਦੀ ਪਰਿਭਾਸ਼ਾ ਕੀ ਹੈ ਤੇ ਸੈਨਿਕ ਦੀ ਪਰਿਭਾਸ਼ਾ ਕੀ ਹੈ। ਆਪਣੇ ਆਪਣੇ ਥਾਂ ਤੇ ਸੈਨਿਕ ਬਹੁਤ ਜ਼ਰੂਰੀ ਹੈ ਤੇ ਸੰਤ ਵੀ ਜ਼ਰੂਰੀ ਹੈ। ਕਿਉਂ ਸੰਤ ਜ਼ਰੂਰੀ? ਇਹ ਗੁਰੂ ਤੋਂ ਪੁੱਛਿਆ ਸੀਗਾ ਵੀ ਕਲਯੁਗ ਦੇ ਆਰਜੂ ਭਲਾ ਕਿੰਨੀ ਕੁ ਹੈ, ਤਾਂ ਗੁਰੂ ਨੇ ਉੱਤਰ ਦਿੱਤਾ
ਆਖੇ ਤਿਹ ਸੁਣ ਸਿੰਘਨ ਕੀ ਅਰਦਾਸ, ਸਿਰ ਕਲੰਗੇ ਧਰ ਕਿਓ ਪ੍ਰਕਾਸ਼। 4,32,000 ਕਲੋ ਆਰਜਾ ਕਰੀ ਉਚਾਰਾ। ਤਿਨ ਮੈਂ ਸੰਤ ਹੋਏ ਬ੍ਰਹਮ ਗਿਆਨੀ, ਸਗਲੇ ਦੋਖ ਕਰਨਗੇ ਹਾਨੀ। ਤਾਂ ਫਰਕ ਰਹਿ ਗਿਆ ਨਾ, ਸੰਤ ਹੋਰ ਚੀਜ਼ ਹੈ, ਸੈਨਿਕ ਹੋਰ ਚੀਜ਼ ਹੈ। ਸੰਤ ਜਿਹੜੇ ਉਹ ਦੋ ਦੋ ਰੂਪ ਰੱਖੀ ਬੈਠੇ ਐ, ਸੈਨਿਕ ਵੀ ਹੈ ਤੇ ਸੰਤ ਵੀ ਹੈ। ਇਹ ਦੋ ਗੱਲਾਂ ਜਿਹੜੀਆਂ ਇਹ ਮਾਨਵ ਸਰੀਰ ਲਈ, ਮਾਨਵ ਨੂੰ ਹਾਨੀ ਪਹੁੰਚਾਉਣ ਲਈ ਹੈ। ਦੋ ਪਦ ਵੀ ਜਦੋਂ ਸੈਨਿਕ ਹੈ, ਆ ਵਿਚਾਰ ਕੇ ਵੇਖੋ ਕਿ ਸੰਤ ਦਾ ਕੰਮ ਹੈ ਅਖੇ ਦਇਆ ਬਿਨ ਸੰਤ ਕਸਾਈ। ਜੇ ਸੰਤ ਦੇ ਹਿਰਦੇ 'ਚ ਦਇਆ ਨਹੀਂ ਤਾਂ ਸੰਤ ਕਸਾਈ ਹੈ। ਇਹਦਾ ਮਹਿਨਾ ਹੈ ਕਿ ਸੰਤ ਦਇਆ ਦੇ ਘਰ ਹੈ। ਸੰਤ ਦਇਆ ਦਾ ਘਰ ਹੈ ਤੇ ਸੈਨਿਕ ਦੇ ਹਿਰਦੇ 'ਚ ਦਇਆ ਆ ਜੇ ਤਾਂ ਸੈਨਿਕ ਤਾਂ ਆਪਣਾ ਦੇਸ਼ ਹੀ ਰੁਕਾ ਦੇ ਦੂਜਿਆਂ ਤੋਂ, ਵੀ ਯਾਰ ਦਇਆ ਕਰੋ, ਕਿਉਂ ਆ ਚੱਲ ਰਹੇ 2 ਮਹੀਨੇ ਹੋ ਗਏ ਆ ਯੁੱਧ, ਕਿਵੇਂ ਉੱਡ ਰਹੇ। ਜੇ ਉਹ ਦਇਆ ਕਰਨ ਸੈਨਿਕ ਕਾਹਦੇ ਆ, ਤਬਾਹੀ ਮਚਾਈ ਹੈ। ਤੇ ਸੰਤ ਕਾਹਦਾ ਹੈ, ਜੇ ਉਹਦੇ ਹਿਰਦੇ 'ਚ ਦਇਆ ਨਹੀਂ ਤਾਂ ਦਇਆ ਤੇ ਕ੍ਰੋਧ ਪਹਿਲਾਂ ਵਿਚਾਰੋ ਇਕੱਠੇ ਰਹਿ ਸਕਦੇ ਆ। ਇੱਕ ਹਿਰਦੇ 'ਚ ਇਹ ਠੀਕ ਕ੍ਰੋਧ ਤੇ ਲੋਭ ਇਕੱਠੇ ਨਿਵਾਸ ਕਰ ਸਕਦੇ ਆ, ਤੇ ਦਇਆ ਤੇ ਕ੍ਰੋਧ ਨਿਵਾਸ ਕਰ ਸਕਦੇ ਆ। ਸੈਨਿਕ ਲਈ ਕ੍ਰੋਧ ਜ਼ਰੂਰੀ ਹੈ ਤੇ ਸੰਤ ਲਈ ਦਇਆ ਜ਼ਰੂਰੀ ਹੈ। ਤੇ ਜਿਹੜੇ ਦੋਨੋਂ ਭਾਵੇਂ ਰੱਖੀ ਬੈਠੇ ਆ, ਅੱਛਾ ਜੇ ਦਇਆ ਆਈ ਤਾਂ ਤੇਰੀ ਤਲਵਾਰ ਨਹੀਂ ਚੱਲਣੀ, ਤੇ ਜੇ ਤਲਵਾਰ ਚਲਾਉਣਾ ਤਾਂ ਤੇਰੇ 'ਚ ਦਇਆ ਨਹੀਂ ਆ ਸਕਦੀ। ਤਾਂ ਇਹ ਹੋ ਗਿਆ ਕਿ ਬਿਨਾਂ ਕਿਸੇ ਦੇ ਬਣਾਏ ਜੇ ਗੁਰੂ ਬਣਾਉਂਦੇ, ਉਹ ਆਪਣੀ ਤਰਤੀਬ ਨਾਲ ਹੀ ਬਣਾਉਂਦੇ। ਇਹ ਆਪਣੇ ਆਪ ਬਣ ਕੇ ਸੰਤ ਦੀ ਪਦਵੀ ਵੀ ਸਾਂਭ ਲਈ ਤੇ ਸੈਨਿਕ ਦੀ ਪਦਵੀ ਵੀ ਸਾਂਭ ਲਈ। ਇਹ ਸੈਨਿਕ ਤੇ ਸੰਤ ਲਈ ਤੇ ਜਨਤਾ ਲਈ ਜਿਹੜਾ ਇਹ ਤੋਂ ਲਾਭ ਹੋਣਾ ਸੀ ਸੰਤਾਂ ਤੋਂ, ਜਨਤਾ ਉਸ ਲਾਭ ਤੋਂ ਵੀ ਵੰਚਿਤ ਹੈ ਤੇ ਸੈਨਿਕਾਂ ਤੋਂ ਲਾਭ ਹੋਣਾ ਸੀ ਉਹ ਵੀ ਵੰਚਿਤ ਹੈ। ਇਸ ਲਈ ਜਿਹੜੇ ਵੇਦ ਵਿਦਾਂਤ ਹੈ, ਇਸ ਤੋਂ ਮਨੁੱਖ ਵੰਚਿਤ ਹੋ ਗਿਆ, ਭੁੱਲ ਚੁੱਕਿਆ। ਤਾਂ ਵੇਦ ਕੀ ਆਦਾ, ਵਿਦਾਂਤ ਕੀ ਆਦਾ। ਹੁਣ ਆਪਣੇ ਆਪਣੇ ਜਿਹੜੇ ਗ੍ਰੰਥ ਹੈ ਇਹਨਾਂ ਨੂੰ ਵੇਖੋ, ਇਹ ਸ਼ਾਸਨਾਤਮਕ ਹੈ ਕਿ ਸੰਸਨਾਤਮਕ ਹੈ। ਵਿਚਾਰਨ ਸਿੱਖ ਭਾਈਚਾਰਾ ਵੀ ਗੁਰੂ ਗ੍ਰੰਥ ਸਾਹਿਬ ਸੰਸਨਾਤਮਕ ਹੈ ਕਿ ਸ਼ਾਸਨਾਤਮਕ ਹੈ। ਜਿਹੜੇ ਹੋਰ ਗ੍ਰੰਥ ਹੈ ਉਹ ਸ਼ਾਸਨਾਤਮਕ ਹੈ ਕਿ ਸੰਸਨਾਤਮਕ ਹੈ। ਤਾਂ ਫਿਰ ਉਹੀ ਚੱਕ ਕੇ ਉੱਤੇ 50 ਰੁਮਾਲੇ ਪਾ ਕੇ ਤੇ ਕੋਈ ਲਾਭ ਤਾਂ ਨਾ ਹੋਇਆ। ਵਿਚਾਰੋ, ਇਹਦੀ ਵਿਚਾਰ ਹੈ। ਤਾਂ ਇਹ ਮੈਂ ਦੱਸ ਦਿਨਾ, ਦੱਸਣੀ ਤਾਂ ਜਿਹੜੇ ਸੈਨਿਕਾਂ ਤੇ ਸੰਤ ਹੈ ਉਹਨਾਂ ਨੇ ਸੀ, ਕਿਉਂਕਿ ਆਪਾਂ ਕਿਹੜਾ ਕਿਸੇ ਪੰਥ 'ਚ ਨਾ ਕਿਸੇ ਮਜ਼ਹਬ 'ਚ, ਨਾ ਕਿਸੇ ਜਾਤੀ 'ਚ, ਨਾ ਕੁਲ 'ਚ, ਨਾ ਗੋਤ 'ਚ। ਇਹ ਸਾਂਝਾ ਆਕਾਸ਼ ਹੈ, ਸਾਂਝੀ ਵਾਯੂ ਹੈ, ਸਾਂਝੀ ਅਗਨੀ ਹੈ,
ਸਾਂਝੇ ਜਲ ਹੈ ਤੇ ਸਾਂਝੀ ਪਿਰਥਵੀ ਹੈ। ਇਹ ਸਾਂਝੀ ਦੇ ਵਿੱਚੋਂ ਹੀ ਇਹ ਸਾਰੇ ਸਰੀਰ ਬਣੇ ਆ ਤੇ ਸਾਰਿਆਂ ਸਰੀਰਾਂ ਦੀ ਇੱਕ ਦੂਜੇ ਲਈ ਸਾਂਝ ਬਣਨੀ ਚਾਹੀਏ। ਜਦੋਂ ਸਾਡੀ ਸਾਂਝ ਨਹੀਂ ਬਣਦੀ ਤਾਂ ਕਿਉਂਕਿ ਅਸੀਂ ਵਿਚਾਰਿਆ ਨਹੀਂ ਵੀ ਸਾਡਾ ਉਪਾਦਾਨ ਇਹਨਾਂ ਸਰੀਰਾਂ ਦਾ ਤੇ ਇਹਨਾਂ ਸਰੀਰਾਂ ਦਾ ਨਿਮਿਤ ਕਾਰਨ ਇੱਕ ਹੀ ਹੈ। ਹਿੰਦੂ ਦਾ ਉਪਾਦਾਨ ਕਿੱਥੋਂ ਬਣਿਆ ਤੇ ਸਿੱਖ ਦਾ ਉਪਾਦਾਨ ਸਰੀਰ ਦਾ ਕੌਣ ਹੈ? ਮੁਸਲਮਾਨ, ਈਸਾਈ, ਪਾਰਸੀ ਜਿਤਨੇ ਵੀ ਭਾਈ ਹਨ ਇਹ ਤਾਂ ਵਿਚਾਰਨ ਵੀ ਸਾਡਾ ਜਿਹੜਾ ਇਹ ਬਾਡੀ ਹੈ ਇਹਦਾ ਉਪਾਦਾਨ ਕੀ ਹੈ ਤੇ ਇਹਨਾਂ ਦਾ ਨਿਮਿਤ ਕਾਰਨ ਕੀ ਹੈ। ਜਦੋਂ ਸਾਰਿਆਂ ਦਾ ਉਪਾਦਾਨ ਇੱਕ ਹੈ, ਜਿਵੇਂ ਸਾਰੇ ਘੜੇ ਹੈ, ਸਾਰਿਆਂ ਘੜਿਆਂ ਦਾ ਬੱਠਲੀ, ਠੂਠੀ ਆਦਿ ਚੱਪਣ ਸਾਰਿਆਂ ਦਾ ਉਪਾਦਾਨ ਇੱਕ ਮਿੱਟੀ ਹੈ ਤੇ ਉਹ ਜਿਹੜੇ ਆਪਸ ਵਿੱਚ ਪਾਤਰ ਹੈ ਉਹ ਦੂਜੇ ਨਾਲ ਖੈ ਖੈ ਕੇ ਟੁੱਟ ਜਾਣ ਵੀ ਮੈਂ ਵਧ ਗਿਆ ਅਰ ਤੂੰ ਘਟ ਗਿਆ ਤਾਂ ਭਲਿਓ ਮਾਨਸੋ। ਜਦੋਂ ਤੁਸੀਂ ਬਣੇ ਇੱਕ ਤੋਂ ਤੇ ਵਧੀਆ ਕੌਣ ਤੇ ਘਟਿਆ ਕੌਣ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਸਾਡਾ ਉਪਾਦਾਨ ਤੇ ਨਿਮਿਤ ਕਾਰਨ ਇੱਕੋ ਹੀ ਹੈ ਤੇ ਅਸੀਂ ਕਿਸ ਤੋਂ ਤਾਂ ਵਧੀਆ ਤੇ ਕਿਸ ਤੋਂ ਘਟੀਆਂ। ਸੰਤ ਲੋਕਾਂ ਨੇ ਇਹਨਾਂ ਦੇ ਵਿਖਿਆਨ ਦਿੱਤੇ ਵੀ ਬਾਣੀ ਹੈ ਜਿਹੜੀ, ਸ਼ਾਸਤਰ ਹੈ ਜਿਹੜੇ, ਇਹਨਾਂ ਨੂੰ ਵਿਚਾਰੋ। ਇਹਨਾਂ ਦੇ ਵਿੱਚ ਦੋ ਪ੍ਰਕਾਰ ਦਾ ਉਪਦੇਸ਼ ਜਾਂਦੇ ਹੈ ਕਿ ਵਿਧੀ ਤੇ ਨਿਸ਼ੇਧ। ਜਿਹੜਾ ਵਿਧੀ ਤੇ ਨਿਸ਼ੇਧ ਦੱਸਦਾ ਉਸ ਨੂੰ ਸ਼ਾਸਨਾਤਮਕ ਕਿਹਾ ਗਿਆ। वेदांत ਇਹਨਾਂ ਤੋਂ ਵਿਲੱਖਣ ਹੈ। ਸੰਸਨਾਤਮਕ ਉਹ ਹੈ ਕਿ ਨਾ ਕਿਸੇ ਨੂੰ ਕਹਿੰਦਾ ਇਹ ਕਰ ਤੇ ਨਾ ਕਹਿੰਦਾ ਕਿ ਇਹ ਨਾ ਕਰ। ਇਹ ਸਰੀਰ ਧਾਰੀ ਦਾ ਗਿਆਨ ਸਰੂਪ ਹੈ, ਉਹ ਬਤਾਉਂਦਾ ਹੈ ਕਿ ਤੂੰ ਸਤ ਚਿੱਤ ਆਨੰਦ ਸਰੂਪ ਹੈ। ਜਿਹੜੇ ਸ਼ਾਸਨਾਤਮਕ ਗ੍ਰੰਥ ਉਹ ਬਣਾਉਂਦੇ ਆ ਵੀ ਇਹ ਖਾਣਾ, ਇਦੋਂ ਅੱਗੇ ਇਹ ਨਹੀਂ ਖਾਣਾ, ਇਦੋਂ ਅੱਗੇ ਇੱਧਰ ਜਾਣਾ, ਇੱਧਰ ਨਹੀਂ ਜਾਣਾ। ਇਹ ਕੁੰਡਲ ਚੋਂ ਕੌਡੀਆਂ ਬਾਹਰ ਨਹੀਂ ਜਾਣੀਆਂ ਚਾਹੀਦੀਆਂ। ਖੇਡਣ ਵਾਲੇ ਕੁੰਡਲ ਵਲਦੇ ਸੀ ਜਦੋਂ ਅਸੀਂ ਛੋਟੇ ਛੋਟੇ ਸਾਂ ਦੇਖਦੇ, ਉੱਤੇ ਕੁੰਡਲ ਕੱਢ ਲਿਆ ਲਕੀਰ ਕਿ ਇਹ ਕੁੰਡਲ ਚੋਂ ਬਾਹਰ ਨਹੀਂ ਜਾਣੀਆਂ। ਕਿਉਂ? ਇਹ ਸ਼ਾਸਨ ਹੈ, ਸ਼ਾਸਤਰ ਕਹਿੰਦਾ। ਤਾਂ ਇਹ ਹੋ ਗਿਆ ਕਿ ਜਿੰਨਾ ਚਿਰ ਤੁਸੀਂ ਇਹਨਾਂ ਗ੍ਰੰਥਾਂ ਦੀਆਂ ਗੱਲਾਂ ਬਾਤਾਂ ਸੁਣੋਗੇ ਉਹਨਾਂ ਚਿਰ ਕੁੰਡਲ ਦੇ ਅੰਦਰ ਹੀ ਰਹਿਣਾ ਪਊਗਾ। ਹਿੰਦੂ ਦਾ ਕੁੰਡਲ ਅੱਡ ਵਲਿਆ, ਸਿੱਖ ਦਾ ਕੁੰਡਲ ਅੱਡ ਵਲਿਆ, ਮੁਸਲਮਾਨ ਭਾਈ ਦਾ ਕੁੰਡਲ ਨਿਆਰਾ ਵਲਿਆ, ਈਸਾਈ ਦਾ ਆਦਿ ਦੇ ਨਿਆਰੇ ਨਿਆਰੇ ਕੁੰਡਲ ਵਲਤੇ, ਉਹ ਚੱਕਰ ਤੋਂ ਬਾਹਰ ਨਹੀਂ ਆ ਸਕਦੇ। ਇਹਨਾਂ ਸਾਰਿਆਂ ਦੇ ਉੱਤੇ ਇੱਕ ਔਰ ਚੱਕਰ ਹੈ, ਉਸ ਚੱਕਰ ਤੋਂ ਨਾ ਹਿੰਦੂ ਬਚ ਸਕੇ, ਨਾ ਸਿੱਖ ਬਚ ਸਕੇ, ਨਾ ਈਸਾਈ, ਨਾ ਪਾਰਸੀ। ਜਿੰਨੇ ਵੀ ਨਾਨਾ ਪ੍ਰਕਾਰ ਦੇ ਆਪ ਨੂੰ ਜੋੜਦੇ ਆ ਉਹ ਚੱਕਰ ਹੈ ਕਾਲ ਚੱਕਰ ਤੇ ਕੁਲਾਲ ਚੱਕਰ। ਕਾਲ ਚੱਕਰ ਤੇ ਕੁਲਾਲ ਚੱਕਰ ਚੋਂ ਕਿਸੇ ਨੂੰ ਲੰਘਣ ਦੀ ਤਾਕਤ ਜਗਾਈ ਨਹੀਂ। ਥੱਲੇ ਥੱਲੇ ਹੀ ਮਨੁੱਖ ਹੈ, ਮਨੁੱਖ ਸਿੱਖ ਬਣ ਗਿਆ, ਮਨੁੱਖ ਹਿੰਦੂ ਬਣ ਗਿਆ, ਮਨੁੱਖ ਮੁਸਲਮਾਨ ਭਾਈ ਬਣ ਗਿਆ, ਮਨੁੱਖ ਈਸਾਈ ਭਾਈ ਬਣ ਗਿਆ।
ਇਦੋਂ ਵਾਧੇ ਦੀ ਦੌੜ ਕੋਈ ਨਹੀਂ ਗੀ। ਇਹ ਨਹੀਂਗਾ ਕਿ ਇਹ ਪਹਿਲਾਂ ਸਿਪਾਹੀ ਸੀ, ਸਿਪਾਹੀ ਤੋਂ ਹੌਲਦਾਰ ਬਣ ਗਿਆ, ਹੌਲਦਾਰ ਤੋਂ ਮੁਨਸ਼ੀ ਬਣਦਾ ਇਹ SHO ਡਿਪਟੀ ਬਣਦਾ ਇਹ ਅੱਜ DGP ਬਣ ਗਿਆ, ਕਿਉਂਕਿ ਸਿਪਾਹੀ ਸੀ। ਇਹ ਆਪਣੀ ਚਾਲੇ ਚੱਲਦਾ ਰਿਹਾ, ਉਸ ਪਦ ਨੂੰ ਪਾ ਗਿਆ ਕਿ ਚੱਲਿਆ ਸਿਪਾਹੀ ਤੋਂ ਸੀ ਤੇ ਦੇਸ਼ ਦੇ ਵਿੱਚ ਇੱਕ ਪੂਰਾ DGP ਜ਼ਿਲ੍ਹੇ ਦਾ ਮਾਲਕ ਬਣ ਗਿਆ। ਉਪਦੇਸ਼ ਹੈ ਮਤਲਬ ਕਿ ਇਹ ਇਹਨਾਂ ਦੀ ਪਹੁੰਚ ਹੈ। ਤੇ ਇਸ ਮਨੁੱਖ ਦੀ ਕੀ ਪਹੁੰਚ ਹੈ? ਵੱਧ ਤੋਂ ਵੱਧ ਇਹ ਸਿੱਖ ਬਣ ਜਾਏਗਾ ਤੇ ਵੱਧ ਤੋਂ ਵੱਧ ਇਹ ਹਿੰਦੂ ਬਣ ਜਾਏਗਾ। ਇਦੋਂ ਅੱਗੇ ਕੀ ਪਾਵਰ, ਕੀ ਗਾਂ ਕੀ ਬਣਿਆ ਤੂੰ ਅੱਜ ਤਾਈਂ? ਇਹ ਕਦੇ ਸੋਚਦਾ ਨਹੀਂ, ਬਸ ਇੱਥੇ ਹੀ ਸਰੀਰ ਨਿਧਾਰ ਕੇ ਇਸੇ ਚ ਹੀ ਜਿਉਂਦਾ, ਇਸੇ ਚ ਹੀ ਰਹਿੰਦਾ ਤੇ ਇਸੇ ਸਰੀਰ ਚ ਮੈਂ ਦੇਹ ਹੂੰ, ਮੈਂ ਸਰੀਰ ਹੂੰ, ਐ ਕਰਦਾ ਇਹ ਅੰਤ ਨੂੰ ਭਸਮ ਹੋ ਜਾਂਦਾ ਤੇ ਇਦੋਂ ਅੱਗੇ ਇਹਨੇ ਕੁਛ ਨਹੀਂ ਵਿਚਾਰਿਆ। ਜਿਹੜੇ ਗ੍ਰੰਥ ਹੈ ਇਹ ਇਹਨੂੰ ਅੱਗੇ ਵਿਚਾਰ ਤੋਰਦੇ ਸੀ, ਪਰ ਇਹ ਤੁਰ ਨਹੀਂ ਸਕਿਆ। ਤਾਂ ਇਹਦੀ ਆਪਣੀ ਗਲਤੀ ਹੈ। ਸੰਤਾਂ ਦੀ, ਗ੍ਰੰਥਾਂ ਦੀ, ਗੁਰੂਆਂ ਦੀ ਕੋਈ ਆਪਣੀ ਢਿੱਲ ਨਹੀਂ, ਇਹਦੀ ਖੁਦ ਹੀ ਢਿੱਲ ਹੈ। ਤੇ ਅੰਤ ਨੂੰ ਇੱਥੇ ਆ ਜੋ ਵੀ ਸਾਡਾ ਲਕਸ਼ ਹੈ ਜਿਹੜਾ, ਤਾਂ ਇਹ ਕਿਹਾ ਹੋਇਆ ਹੈ ਅੱਗੇ ਜਾਤ ਪਾਤ ਕੇ ਬੰਧਨ ਤੋੜੋ, ਵਿਸ਼ਿਆਂ ਮੈਂ ਧਾਵਤ ਮਨ ਹੋੜੋ। ਜਿਹੜਾ ਮਨ ਵਿਸ਼ਿਆਂ ਨੂੰ ਧਾਉਂਦਾ ਹੈ ਇਹਨੂੰ ਹੋੜੋ, ਰੋਕੋ। ਤਾਂ ਇਹ ਹੋਏਗਾ ਵੀ ਯਾਰ ਮੈਥੋਂ ਇੱਕ ਅੰਦਰ ਇੱਕ ਵਿਗਿਆਨ ਚੇਤਨਾ ਸਫਰਤ ਹੋ ਰਹੀ ਹੈ, ਇਹ ਨਹੀਂ ਰੋਕੀ ਜਾਂਦੀ ਤੇ ਤੂੰ ਗਾਂ ਕੀ ਕਰ ਸਕਦਾ? ਇਹ ਭਲੇਖਾ ਹੈ ਤੈਨੂੰ ਕਿ ਵਿਸ਼ਿਆਂ ਮੈਂ ਧਾਵਤ ਮਨ ਹੋੜੋ, ਰੋਕੋ ਜਿਹੜਾ ਮਨ ਵਿਸ਼ਿਆਂ ਵੱਲ ਧਾਉਂਦਾ। ਕਿਸੇ ਤੋਂ ਕੰਟਰੋਲ ਹੋਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਵੀ ਇਹਨਾਂ ਦੇ ਹਾਲਾਤ ਵੇਖੇ। ਉਹਨਾਂ ਨੇ ਆਖਿਆ ਕਿਸੇ ਦਾ ਨਹੀਂ ਹੋਇਆ, ਸਹਿਸ ਖਟੇ ਲੱਖ ਕੋ ਉਠ ਧਾਵੈ, ਤਾਂ ਤ੍ਰਿਪਤ ਨਾ ਆਵੇ। ਮਾਇਆ ਪਾਛੇ, ਮਾਇਆ ਦੇ ਪਿੱਛੇ ਦੌੜਦਾ ਤਾਂ ਤੇਰੇ ਚ ਤਾਂ ਇੰਨੀ ਤਾਕਤ ਨਹੀਂ ਕਿ ਆਪਣੇ ਸੰਕਲਪ ਨੂੰ ਰੋਕ ਕੇ ਨਹੀਂ ਮੈਂ ਇਹ ਕਰਦਾ। ਇੱਕ ਬਣਾ ਲਿਆ ਵੀ ਜੇ ਖਾਲਸਾ ਸੋਨਾ ਨਹੀਂ ਪਹਿਨਦਾ, ਆ ਚੰਗਾ ਹੈ ਵੀ ਸੋਨਾ ਕਿਉਂ ਨਹੀਂ ਪਹਿਨਦਾ? ਗੁਰੂ ਜੀ ਦਾ ਹੁਕਮ ਹੈ ਤਾਂ ਬਹੁਤ ਚੰਗੀ ਗੱਲ ਹੈ। ਮਾਈ ਭਾਈ ਦੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦੇ ਸੋਨਾ ਨੇ ਪਾਇਆ ਨਾ ਨੱਕ 'ਚ, ਨਾ ਕੰਨ 'ਚ, ਨਾ ਇਤਿਆਦਿਕ ਕਿਸੇ ਅੰਗ 'ਚ, ਕਿਉਂਕਿ ਇਹ ਗੁਰੂ ਜੀ ਦਾ ਹੁਕਮ ਹੈ। ਤੇ ਗੁਰੂ ਜੀ ਦਾ ਅਗਲਾ ਹੁਕਮ ਕਿ ਜਿਨ੍ਹਾਂ ਦੇ ਨੱਕ ਕੰਨ 'ਚ ਕੋਈ ਮਾਸਾ ਭਰ, ਕੋਈ ਰੱਤੀ ਭਰ ਸੋਨਾ ਨਹੀਂ ਪਾਇਆ ਤੇ ਉਹਨਾਂ ਦੇ ਖਾਤੇ ਫਰੋਲ ਲੋ। ਉਹਨਾਂ ਮਾਈਆਂ ਦੇ ਵੀ 5-5, 10-10 ਲੱਖ ਖਾਤਿਆਂ 'ਚ ਤਾਂ ਜਮ੍ਹਾਂ ਹੈ, ਭਾਈਆਂ ਦੇ ਵੀ ਅੰਬਰਧਾਰੀਆਂ ਦੇ ਜਮ੍ਹਾਂ ਹੈ, ਪਰ ਉਂਗਲੀ 'ਚ ਮੁੰਦਰੀ ਨਹੀਂ ਪਾਉਂਦੇ ਤੇ ਬੈਂਕ 'ਚ ਸਾਰਿਆਂ ਨਾਲੋਂ ਪੈਸੇ ਇਕੱਠੇ ਕਰਨ ਵਿੱਚ ਲੱਗਿਆ। ਤੇ ਸੋਨਾ ਤੇ ਪੈਸੇ 'ਚ ਕੀ ਫਰਕ ਹੈ? ਨਹੀਂ ਸੰਤੋਖ ਸਮ ਸੰਤੋਖ ਨਾ ਔਰ ਸੁਖ, ਤਪ ਨਾ ਖਿਮਾ ਸਮਝਾਨ, ਬ੍ਰਹਮ ਗਿਆਨ ਸਮਦਾਨ ਨਹੀਂ, ਧਰਮ ਨਾ ਦਇਆ ਸਮਾਨ। ਤੋ ਬ੍ਰਹਮ ਗਿਆਨ, ਬ੍ਰਹਮ ਦਾ ਗਿਆਨ ਤੇ ਬ੍ਰਹਮ ਦੋ ਹੈ ਕਿ ਇਹ ਵਿਚਾਰੋ। ਜਿਹੜੇ ਸੈਨਿਕ ਲੋਕ ਪਹਿਨੇ ਬੈਠੇ ਆ
ਸੰਤ ਵੀ ਖਵਾਉਂਦੇ ਐ ਤੇ ਸੈਨਿਕ ਵੀ ਖਵਾਉਂਦੇ ਐ। ਤਾਂ ਉਹਨਾਂ ਸੈਨਿਕਾਂ ਸੰਤਾਂ ਨੂੰ ਇਹ ਜਨਤਾ ਨੂੰ ਦੱਸਣਾ ਚਾਹੀਦਾ ਹੈ ਤੇ ਬ੍ਰਹਮ ਦਾ ਗਿਆਨ ਏਕ ਹੈ ਕਿ ਦੋ ਹੈ। वे ब्रह्म ज्ञानी आप परमेश्वर, ब्रह्म ज्ञानी को खोजे महेश्वर। ਇਹ ਤਾਂ ਸੰਤ ਤੇ ਸੈਨਿਕ ਕਹਿੰਦੇ ਆ। ਤਾਂ ਇਹ ਦੱਸੋ ਜਨਤਾ ਨੂੰ ਕਿ ਬ੍ਰਹਮ ਤੇ ਬ੍ਰਹਮ ਦਾ ਗਿਆਨ ਇੱਕ ਕੇ ਦੋ ਹੈ। ਜਿਵੇਂ ਘੜੀ ਤੇ ਘੜੀ ਦਾ ਗਿਆਨ, ਔਰਤ ਤੇ ਔਰਤ ਦਾ ਗਿਆਨ, ਮਰਦ ਤੇ ਮਰਦ ਦਾ ਗਿਆਨ, ਇਹ ਇੱਕ ਕਰਕੇ ਦੋ ਤੇ ਈਸ਼ਵਰ ਤੇ ਈਸ਼ਵਰ ਦਾ ਗਿਆਨ, ਜੀਵ ਤੇ ਜੀਵ ਦਾ ਗਿਆਨ, ਪਰਮਾਤਮਾ ਤੇ ਪਰਮਾਤਮਾ ਦਾ ਗਿਆਨ, ਇਹ ਇੱਕ ਕਰਕੇ ਦੋ ਹੈ। ਤਾਂ ਇਹ ਹੋਏਗਾ ਵੀ ਜਿੰਨੇ ਮਰਜ਼ੀ ਵੇਸ਼ ਭੂਸ਼ਾ ਬਣਾ ਲਓ, ਹਿਰਦੇ 'ਚ ਸੰਤੋਖ ਲਿਆਓ, ਆਪਣੇ ਉਪਾਦਾਨ ਸਰੀਰ ਦੇ ਨੂੰ ਸਮਝੋ। ਇਹ ਸਾਰਿਆਂ ਦਾ ਇੱਕੇ ਉਪਾਦਾਨ ਤੋਂ ਬਣਿਆ। ਤਾਂ ਫਿਰ ਭਲਿਓ ਵੈਰ ਵਿਰੋਧ ਸਰੀਰ ਦਾ ਹੀ ਸਰੀਰ ਨਾਲ, ਆਪਣੇ ਸਰੀਰ ਨਾਲ, ਆਪਣੇ ਸਾਰੇ ਸਰੀਰ ਦੇ ਅੰਗਾਂ ਅਵੈਵਾਂ ਨੂੰ ਪ੍ਰਤੇਕ ਸਰੀਰ ਧਾਰੀ ਸਾਂਭਦਾ। ਪੈਰਾਂ ਤੋਂ ਗੰਦੀ ਮੈਲ ਲਾਉਂਦਾ, ਹੱਥਾਂ ਤੋਂ ਮੈਲ ਲਾਉਂਦਾ। ਕਿਉਂ ਲਾਉਂਦਾ? ਪੈਰਾਂ ਨੂੰ ਜੁੱਤੀ ਸੁਵਿਧਾ ਲਈ ਦਿੰਦਾ, ਸਰੀਰ ਨੂੰ ਕੱਪੜੇ ਸੁਵਿਧਾ ਲਈ ਦਿੰਦਾ, ਔਰ ਭੁੱਖ ਪਿਆਸ ਦੀ ਨਿਵਰਤੀ ਲਈ ਪਾਣੀ ਅੰਨ ਦਿੰਦਾ। ਕਿਉਂ ਦਿੰਦਾ? ਕਿ ਇਹਨੂੰ ਸੰਭਾਲ ਕੇ ਰੱਖਣਾ ਚਾਹੁੰਦਾ। ਤਾਂ ਅੰਤ ਨੂੰ ਇਹ ਹੋ ਗਿਆ ਵੀ ਇਹ ਸਾਰਿਆਂ ਨੂੰ ਇਹਦੀ ਜ਼ਰੂਰਤ ਹੈ। ਸਾਰੇ ਆਪਣੇ ਸਰੀਰ ਨੂੰ ਅੰਨ ਪਾਣੀ ਦੇ ਰਹੇ ਹੈ, ਸਾਰੇ ਲੀੜਾ ਕੱਪੜਾ ਦੇ ਰਹੇ ਹੈ। ਤਾਂ ਇਹ ਸਾਰਾ ਜਿਹੜਾ ਹੈ ਸਰੀਰ ਧਾਰੀ ਧਰਮੀ, ਤਾਂ ਅੰਤ ਨੂੰ ਇਹ ਗੱਲ ਕਹੇਗੀ ਧਰਮ ਦੀ ਨੀ ਭਰਮ ਤੇ ਹੈ। ਜੇ ਮੈਨੂੰ ਭਰਮ ਹੈ ਤਾਂ ਮੁਕਸੇ ਧਰਮ ਨੂੰ ਸਵੀਕਾਰ ਕਰਦਾ, ਤੇ ਜੇ ਮੈਨੂੰ ਭਰਮ ਨਹੀਂ ਤਾਂ ਫੇਰ ਧਰਮ ਕਾਹਦਾ? ਤਾਂ ਗੁਰੂਆਂ ਤੋਂ ਕਿਸੇ ਨੇ ਪੁੱਛਿਆ ਵੀ ਗੁਰੂ ਜੀ ਇਹ ਲੋਕ ਭਰਮ ਚ ਹੈ। ਗੁਰੂਆਂ ਨੇ ਕਿਹਾ ਇੱਕ ਦੀ ਤੇ ਦੋ ਦੀ ਪਾਈ ਕੀ ਗੱਲ ਕਰਦਾ? ਇਹ ਜੈ ਚੰਦ ਸਾਰੀ ਸ੍ਰਿਸ਼ਟੀ ਤੇ ਹੀ ਜਿੰਨੇ ਵੀ ਦੋ ਲੱਤਾਂ ਵਾਲੇ ਔਰ ਚਾਰ ਤੇ ਨਾਨਾ ਪ੍ਰਕਾਰ ਦੀਆਂ ਲੱਤਾਂ ਵਾਲੇ ਤਾਂ ਅਵਿਦਿਆਗ੍ਰਸਤ ਹੈ, ਮੂੜ ਹੈ। ਤੇ ਦੋ ਪਾਉਂ ਵਾਲੇ ਸਾਰੇ ਭਰਮ में ਭੁੱਲੇ ਹੋਏ ਹੈ। ਕਿਸੇ ਦੋ ਪਾਉਂ ਵਾਲੇ ਨੂੰ ਕਹਿਲਾ ਤਾਂ ਉਹਦੇ ਚ ਦਇਆ ਨਹੀਂ ਵੀ ਯਾਰ ਕੁਛ ਕਿਆ, ਕੁਛ ਕਹੀ ਜਾਂਦੇ ਸੀ। ਅੱਛਾ ਜੇ ਭਲਾ ਸਾਰੇ ਸ਼ਹਿਰ ਵਾਸੀ ਜੇ ਕਹਿਣ ਦੇ ਰੂਪ ਸੋ ਮੁਕਤ ਸੁਖ ਵਸਦੇ ਐ ਤਾਂ ਕੋਈ ਹੈ ਤਿਆਰ ਕੇ ਵੀ ਮੈਨੂੰ ਜੋ ਮਰਜ਼ੀ ਕਹਿ ਲੋ, ਸਾਰੇ ਭੈਣ ਭਰਾ ਸੁਖੀ ਵਸਣ। ਕਹਿਣ ਨਾਲ ਕੀ ਹੋ ਗਿਆ? ਜੇ ਕਹਿਣ ਨਾਲ ਸਾਰੇ ਦੇਸ਼ ਵਾਸੀ, ਸਾਰੇ ਸ਼ਹਿਰ ਵਾਸੀ ਔਰ ਸੁਖੀ ਵਸਦੇ ਐ ਤਾਂ ਇੱਕ ਵਾਰ ਕੀ ਮੈਨੂੰ 1000 ਵਾਰੀ ਕਹਿ ਦਿਓ, ਮੈਨੂੰ ਕੋਈ ਉਹਦਾ ਖੇਦ ਨਹੀਂ। ਇਹ ਸਿੱਖ ਦੀ ਤਾਕਤ ਹੈ। ਤੇ ਸਿੱਖ ਜਿਵੇਂ ਪਾਣੀ ਤੇ ਬੂੰਦ ਐ ਮਾਰਿਆ ਸਿੱਟਾ, ਤੇ ਜੇ ਐ ਭੁਲਕ ਗਿਆ ਤਾਂ ਨਾਨਕ ਜੀ ਗੁਰੂ ਨੂੰ ਯਾਦ ਕਰੋ, ਅਰਜਨ ਦੇਵ ਗੁਰੂ ਨੂੰ ਯਾਦ ਕਰੋ,
ਮੀਆਂ ਮੀਰ ਨੇ ਆਖਿਆ, ਹੈ ਅਰਜਨ ਦੇਵ ਗੁਰੂ ਨੂੰ, ਹੈ ਮਿੱਤਰ ਸੇ ਆਪਸ ਵਿੱਚ ਕਿਆ ਹੋ ਰਿਹਾ? ਮੈਨੂੰ ਕਦੇ ਅੱਡ, ਮੈਂ ਲਾਹੌਰ ਆਦਿ ਤੋਂ ਲੈ ਕੇ ਤੈਸ ਨੈਸ ਕਰਾਂ। ਉਹਨੇ ਆਖਿਆ, ਸਾਈਂ ਜੀ ਇਹ ਫਿਰ ਸਹਿਣ ਸਕਤੀ ਹੈ ਜਿਹੜੀ, ਇਹ ਵੀ ਕਿਸੇ ਵਿਰਲੇ ਚ ਹੁੰਦੀ। ਮਾਰ ਕੇ ਚੌਂਕੜਾ ਤਵੀ ਤੇ ਗਰਮ ਗਰਮ ਤੇ ਬਹਿ ਗਏ, ਪਰ ਕੋਈ ਤਾਕਤ ਸ਼ਕਤੀ ਖੇਦ ਨਹੀਂ ਕੀਤਾ, ਕਿਉਂਕਿ ਸੰਤ ਸੀ, ਗੁਰੂ ਸੀ, ਸਹਿਣ ਦੀ ਸਮਰੱਥਾ ਸੀ। ਤੋ ਇਹਨਾਂ ਦੇ ਸਿੱਖ ਚ ਕਿਤਨੀ ਤਾਕਤ ਹੋਣੀ ਚਾਹੀਦੀ ਹੈ ਕਿ ਸਹਿਣ ਦੀ ਸਮਰੱਥਾ ਹੋਣੀ ਚਾਹੀਦੀ। ਤਾਂ ਉਹ ਕੀ ਹੈ? ਇਹ ਪ੍ਰਭੂ ਦਾ ਪਰੋਕਸ਼ ਰੂਪ ਸੇ ਚਿੰਤਨ ਵੀ ਨਹੀਂ ਕਰਦਾ, ਆਪਣੀ ਦੇਹ में ਵੱਜਿਆ ਬੈਠਾ। ਤਾਂ ਜੇ ਪਰੋਕਸ਼ ਰੂਪ ਸੇ ਵੀ ਚਿੰਤਨ ਕਰੇ ਤਾਂ ਇਹਦੇ ਅੰਦਰੋਂ ਵਿਗਿਆਨ ਜਾਗੇਗਾ। ਉਹ ਵਿਗਿਆਨ ਕੀ ਕਹੇਗਾ ਕਿ ਦਇਆ ਕਰਨੰ ਦੁਖ ਹਰਣੰ ਉਚਰਨ ਨਾਮ ਕੀਰਤਨ। ਉਹ ਜਿਹਨੂੰ ਵਾਹਿਗੁਰੂ ਸਤਿਨਾਮ ਕਹਿੰਦੇ ਆ, ਉਹਦਾ ਨਾਮ ਉਚਾਰੋ, ਉਹਦੀ ਮਹਿਮਾ ਕਰੋ, ਤਾਂ ਹਿਰਦੇ ਚੋਂ ਵਿਗਿਆਨ ਪੈਦਾ ਹੋ ਜਾਏਗਾ। ਤਾਕਤਾਂ ਜਗਾਓ। ਦਇਆ ਦੀ ਤਾਕਤ ਸਾਰਿਆਂ ਦੇ ਅੰਦਰ ਸੁੱਤੀ ਪਈ ਹੈ। ਠੋਏ ਵਾਂਗੂ ਕਿਉਂ ਡੰਗ ਮਾਰਨ ਆਉਂਦਾ? ਇਸ ਲਈ ਆਉਂਦਾ, ਇਹਦੇ ਵੱਸ ਦੀ ਗੱਲ ਨਹੀਂ। ਇਹਨੇ ਉਹ ਕਲਾ ਸ਼ਕਤੀਆਂ ਜਗਾਈਆਂ ਹੀ ਨਹੀਂ। ਅਗਰ ਜਗਾ ਲੈ, ਦਇਆ ਕਰਨੰ ਦੁਖ ਹਰਣੰ ਉਚਰਨ ਨਾਮ ਕੀਰਤਨ। ਦਿਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਉਹ ਮਾਇਆ ਚ ਲਿਪਤ ਨਹੀਂ ਹੁੰਦੇ। ਤਾਂ ਜਿਨ੍ਹਾਂ ਨੂੰ ਮਾਇਆ ਨੇ ਚੱਕਰ, ਮਾਇਆ ਨੇ ਆਪਣੇ ਦੋ ਚੱਕਰ ਕੱਢੇ ਹੋਏ ਐ। ਜੈਸੇ ਕੁਛ ਲੋਕ ਫਾਈਆਂ ਲਾ ਦਿੰਦੇ ਆ ਬੇਸੂਹਿਆਂ ਪੰਛੀਆਂ ਨੂੰ ਪਕੜਨ ਵਾਸਤੇ, ਪਸ਼ੂਆਂ ਨੂੰ ਪਕੜਨ ਵਾਸਤੇ, ਤੇ ਬੇਗਿਆਨ ਤੋਂ ਅਗਿਆਨੇ ਪੁਰਸ਼ਾਂ ਨੂੰ ਪਕੜਨ ਵਾਸਤੇ। ਮਾਇਆ ਆਪਣੇ ਸੋਏ ਮਹਿਮਾ में स्थित ਹੈ। ਇਸਨੇ ਦੋ ਚੱਕਰ ਕੱਢੇ ਹੋਏ ਇਹਨੂੰ ਫਾੜਨ ਵਾਸਤੇ, ਕੁਲਾਲ ਚੱਕਰ ਤੇ ਕਾਲ ਚੱਕਰ। ਇਹਦੇ ਗਏ ਦਾਇਰੇ ਦੇ ਵਿੱਚ ਖੇਡਦਾ ਹੈ, ਹੱਸਦਾ ਹੈ, ਕਰਦਾ ਹੈ, ਚੱਲਦਾ ਹੈ। ਤਾਂ ਇਸ ਨੂੰ ਕੋਈ ਵਿਚਾਰੋ ਕਿ ਤੂੰ ਕੁਲਾਲ ਚੱਕਰ ਲੰਘਿਆ ਕਿ ਨਹੀਂ, ਔਰ ਕਾਲ ਚੱਕਰ ਲੰਘਿਆ ਕਿ ਨਹੀਂ। ਤੂੰ ਅਲਾਤ ਚੱਕਰ ਮੈਂ ਵੇਖਿਆ ਕਿ ਨਹੀਂ? ਅਲਾਤ ਚੱਕਰ ਦੇ ਵਿੱਚ ਕੀ ਹੈ? ਨਾ ਕੁਲਾਲ ਚੱਕਰ ਦਾ ਪਤਾ, ਨਾ ਕਾਲ ਚੱਕਰ ਦਾ ਪਤਾ, ਨਾ ਅਲਾਤ ਚੱਕਰ ਦਾ ਪਤਾ। ਤਾਂ ਇਹ ਰਹਿ ਜਾਏਗਾ, ਇਹਦਾ ਨਾਂ ਭਰਮ ਹੈ। ਉਹਨੇ ਕਿਹਾ ਸੀ ਕਿ ਭਰਮੇ ਭੁੱਲੀ ਰੇ ਜੈ ਚੰਦ। ਓਏ ਜੈ ਚੰਦ ਜੀ, ਇੱਕ ਦੋ ਦੀ ਕੀ ਗੱਲ ਕਰਦਾ, ਸਾਰੀ ਸ੍ਰਿਸ਼ਟੀ ਭਰਮ ਮੈਂ ਭੁੱਲੀ ਹੈ। ਜਦੋਂ ਐਸਾ ਗੁਰੂਆਂ ਦੇ ਮੁਖ ਚੋਂ ਸੁਣਿਆ ਤੇ ਅਧਿਆਰੋਪ ਕਰਕੇ ਪ੍ਰਸ਼ਨ ਕੀਤਾ, ਕਮਲੇ ਹੈ ਪ੍ਰਭੂ, ਇਹ ਸ੍ਰਿਸ਼ਟੀ ਦੇ ਲੋਕ ਕਿੰਨਾ ਚਿਰ ਭਰਮ ਚ ਭੁੱਲੇ ਰਹਿਣਗੇ? ਤਾਂ ਗੁਰੂਆਂ ਨੇ ਇਸੇ ਦੇ ਨਾਲ ਹੀ ਮਿਲਦਾ ਉੱਤਰ ਦਿੱਤਾ, ਆਖੇ ਜਬ ਨਹੀਂ ਚੀਨਸ ਪਰਮ ਆਨੰਦਾ। ਪਰਮ ਆਨੰਦ ਸਰੂਪ ਨੂੰ ਜਿੰਨਾ ਚਿਰ ਇਹ ਜਾਣਦੇ ਨੇ, ਉਹਨਾਂ ਚਿਰ ਨਾ ਕਾਲ ਚੱਕਰ ਤੋਂ ਬਚਣਗੇ, ਨਾ ਕੁਲਾਲ ਚੱਕਰ ਤੋਂ ਬਚਣਗੇ। ਤਾਂ ਇਹਨਾਂ ਨੂੰ ਅਲਾਤ ਚੱਕਰ ਦੇ ਦਾਇਰੇ ਦੇ ਵਿੱਚ ਜਦੋਂ ਪ੍ਰਵੇਸ਼ ਹੋ ਗਿਆ ਤਾਂ ਫੇਰ ਪਤਾ ਲੱਗੇਗਾ ਕਿ ਅਲਾਤ ਚੱਕਰ ਦੀ ਕੀ ਭਰਮ ਪੂਛਾ ਵੀ ਅਸੀਂ ਪੁੱਛ। ਤਾਂ ਉਰੇ ਮਨੁੱਖ ਕੁਛ ਵੀ ਨਹੀਂ ਕਰਦਾ। ਤੁਹਾਨੂੰ ਪ੍ਰਗਿਆ ਮਿਲੀ, ਪ੍ਰਮਾਣ ਮਿਲੇ, ਤਾਂ ਇਹਨਾਂ ਦਾ ਕੀ ਕਰਦੇ ਆ? ਲੜਾਈਆਂ ਹੋ ਭਲਿਓ। ਮਨੁੱਖ ਲੜਾਈ ਕਰਨ ਵਾਸਤੇ ਨਹੀਂ,
ਮਨੁੱਖ ਲੜਾਈ ਮਿਟਾਉਣ ਵਾਸਤੇ ਹੈ। ਮਨੁੱਖ ਲੜਾਈਆਂ ਕਰਦੇ ਪਸ਼ੂ, ਕਿਉਂਕਿ ਜਿਨ੍ਹਾਂ ਦੀ ਗਿਆਤ ਕਮਜ਼ੋਰ ਹੈ। ਪਹਿਲਾਂ ਤਾਂ ਦੇਖੋ ਵੀ 8 ਕਲਾ ਮਨੁੱਖ ਆਪਣੀਆਂ ਜਾਗਰੂਕ ਕਰ ਲੇ, ਇਹਦੇ ਚ ਅਰਧ ਚੇਤਨਾ ਆ ਜਾਂਦੀ ਹੈ। ਤੇ 16 ਕਲਾ ਨੂੰ ਬਾਣੀ ਨੇ, ਗੁਰੂਆਂ ਨੇ, ਸੰਤਾਂ ਨੇ ਇਹਨੂੰ ਸੰਪੂਰਨਤਾ ਦੱਸੀ ਹੈ। ਅਖੇ 16 ਕਲਾ ਸੰਪੂਰਨ ਫਲਿਆ। ਇਹ ਸਰੀਰ ਹੈ ਜਿਹੜਾ, ਇਹ 16 ਕਲਾ ਪੈਦਾ ਕਰਕੇ ਕਾਲ ਤੇ ਕੁਲਾਲ ਚੱਕਰ ਦੀ ਉਲੰਘਣਾ ਬਾਹਰ ਕੁੰਡਲ ਚੋਂ ਹੋ ਕੇ ਅਲਾਤ ਚੱਕਰ ਦੀ ਪਰਿਭਾਸ਼ਾ ਨੂੰ ਜਾਣ ਲਓ ਕਿ ਅਲਾਤ ਚੱਕਰ ਦਾ ਮੁੱਖ ਕੀ ਹੈ। ਇੱਕ